ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਟ ਇਨਫੋ 'ਚ ਤੁਹਾਡਾ ਸਵਾਗਤ ਹੈ। ਅੱਜ ਦਾ ਆਪਾਂ ਫ੍ਰੀ ਕੋਚਿੰਗ ਦਾ ਜੀਕੇ ਦਾ ਪਹਿਲਾ ਪਾਰਟ ਸ਼ੁਰੂ ਕਰ ਰਹੇ ਹਾਂ। ਹਿਸਟਰੀ ਪਾਰਟ 1 ਹੋਵੇਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ, ਜੇਕਰ ਤੁਸੀਂ ਘਰੇ ਬੈਠ ਕੇ ਤਿਆਰੀ ਕਰਨਾ ਚਾਹੁੰਦੇ ਹੋ, ਸਾਰਾ ਸਿਲੇਬਸ ਤੁਹਾਨੂੰ ਮੈਥ, ਰੀਜ਼ਨਿੰਗ, ਜੀਕੇ, ਪੰਜਾਬ ਜੀਕੇ, ਕੰਪਿਊਟਰ, ਪੰਜਾਬੀ ਗ੍ਰਾਮਰ, ਇਹ ਸਾਰਾ ਸਿਲੇਬਸ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਸਿਰਫ ਤੇ ਸਿਰਫ 249 ਰੁਪਏ ਵਿੱਚ। ਪੰਜਾਬੀ ਵਿੱਚ ਵੀ ਤੁਹਾਨੂੰ ਮਿਲ ਜਾਵੇਗਾ, ਇੰਗਲਿਸ਼ ਵਿੱਚ ਵੀ ਮਿਲ ਜਾਵੇਗਾ। ਜਿਵੇਂ कि तुसीं अपनी स्क्रीन उत्ते देख रहे हो 90 418 15 272 नंबर दिता हुआ है। इस नंबर उत्ते पेमेंट करने तो बाद तुसीं स्क्रीनशॉट जिहड़ा WhatsApp उत्ते सेंड करना। ਜਿਹੜੇ स्टूडेंट्स ਨੂੰ ਪੰਜਾਬੀ ਵਿੱਚ ਪੜ੍ਹਨ ਲਈ ਦਿੱਕਤ ਆ ਰਹੀ ਹੈ ਉਹਨਾਂ ਨੂੰ ਅਸੀਂ ਪੰਜਾਬੀ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਹਾਂ। ਮੈਥ ਤੇ ਰੀਜ਼ਨਿੰਗ ਨੂੰ ਛੱਡ ਕੇ ਬਾਕੀ ਦਾ ਸਾਰਾ ਸਿਲੇਬਸ ਤੁਹਾਨੂੰ ਪੰਜਾਬੀ ਵਿੱਚ ਵੀ ਮਿਲ ਜਾਵੇਗਾ, ਇੰਗਲਿਸ਼ ਵਿੱਚ ਸਾਰਾ ਹੀ ਸਿਲੇਬਸ ਮਿਲ ਜਾਵੇਗਾ। ਤੁਸੀਂ ਘਰੇ ਬੈਠ ਕੇ ਚੰਗੀ ਤਰ੍ਹਾਂ ਫੋਰੈਸਟ ਗਾਰਡ, ਕਲਰਕ ਅਤੇ ਹੋਰ ਐਕਸਾਈਜ਼ ਇੰਸਪੈਕਟਰ ਵਗੈਰਾ ਐਗਜ਼ਾਮਾਂ ਦੀ ਤਿਆਰੀ ਜਿਹੜੀ ਘਰੇ ਬੈਠ ਕੇ ਹੀ ਕਰ ਸਕਦੇ ਹੋ। ਜੇਕਰ ਤੁਸੀਂ ਇਹ ਡਾਟਾ ਚਾਹੁੰਦੇ ਹੋ ਤਾਂ ਹੁਣੇ ਹੀ WhatsApp ਕਰੋ 90 418 15 272। ਸ਼ੁਰੂ ਕਰਦੇ ਹਾਂ ਅੱਜ ਆਪਣਾ ਪਹਿਲਾ ਪਾਰਟ ਹਿਸਟਰੀ ਦਾ। ਇੰਡੀਆ ਦੀ ਹਿਸਟਰੀ ਹੋਵੇਗੀ ਇਹ ਹਿਸਟਰੀ ਦਾ ਪਹਿਲਾ ਪਾਰਟ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਜਿਹੜੀ ਹਿਸਟਰੀ ਹੈ ਉਹ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਜਿਹੜੀ ਆਪਾਂ ਸ਼ੁਰੂਆਤ ਮੰਨਦੇ ਹਾਂ। 6ਵੀਂ 7ਵੀਂ 8ਵੀਂ ਇਹਨਾਂ ਕਲਾਸਾਂ ਵਿੱਚ ਤੁਸੀਂ ਇਸ ਬਾਰੇ ਪੜ੍ਹਿਆ ਹੋਣਾ ਹੈ, ਠੀਕ ਹੈ। ਆਪਾਂ ਇਸ ਨੂੰ ਪੂਰੇ ਡਿਟੇਲ ਵਾਈਜ਼ ਤਾਂ ਨਹੀਂ ਪੜ੍ਹਾਂਗੇ ਕਿਉਂਕਿ ਜਿਹੜੇ ਜਿੰਨੇ ਵੀ ਪੰਜਾਬ ਦੇ ਐਗਜ਼ਾਮ ਹੁੰਦੇ ਆ ਉਹਨਾਂ ਸਾਰਿਆਂ ਵਿੱਚ ਜਿਹੜੀ ਪੰਜਾਬ ਜੀਕੇ ਵੀ ਲਗਭਗ 20% ਆਉਂਦੀ ਹੈ ਅਤੇ ਜਿਹੜੀ ਭਾਰਤ ਦੀ ਜੀਕੇ ਉਹ ਵੀ ਲਗਭਗ 20% ਹੀ ਆਉਂਦੀ ਹੈ, ਠੀਕ ਹੈ। ਇਸ ਕਰਕੇ ਮਤਲਬ ਬਹੁਤ ਜ਼ਿਆਦਾ ਇੰਨਾ ਪਾਰਟ ਨਹੀਂ ਹੁੰਦਾ। ਜਿਵੇਂ PPSC ਦਾ ਜਿਹੜਾ ਪਾਰਟ ਹੈ ਉਸ ਵਿੱਚ 80% ਜਿਹੜੀ ਜੀਕੇ ਹੈ ਉੱਥੇ ਆਪਾਂ ਨੂੰ ਬਹੁਤ ਡੀਪਲੀ ਪੜ੍ਹਨਾ ਪਵੇਗਾ। ਪਰੰਤੂ ਜਿੰਨੇ ਵੀ ਆਪਾਂ ਨੇ ਹੁਣ ਜਿਹੜੇ ਪੇਪਰਾਂ ਦੀ ਆਪਾਂ ਤਿਆਰੀ ਕਰ ਰਹੇ ਹਾਂ, ਜਿਵੇਂ PSSB ਦੇ ਪੇਪਰ ਹਨ, ਫੋਰੈਸਟ ਗਾਰਡ ਦਾ ਹੋ ਗਿਆ, ਠੀਕ ਹੈ, ਤੁਹਾਡਾ ਵੀਡੀਓ ਦਾ ਹੋ ਗਿਆ, ਗ੍ਰਾਮ ਸੇਵਕ ਦਾ ਹੋ ਗਿਆ, ਠੀਕ ਹੈ। ਇਸ ਤੋਂ ਇਲਾਵਾ ਹੋਰ ਕਲਰਕ ਵਗੈਰਾ ਦੇ ਪੇਪਰ, ਇਹਨਾਂ ਪੇਪਰਾਂ ਵਿੱਚ ਜੇਕਰ 100 ਜਾਂ 120 ਕੁਐਸਚਨ ਹੁੰਦੇ ਹਨ ਤਾਂ ਉਹਨਾਂ ਵਿੱਚੋਂ 20 ਕੁਐਸਚਨ ਹੀ ਹੈ ਜਿਹੜੇ ਇੰਡੀਆ ਜੀਕੇ ਦੇ ਆਉਂਦੇ ਹਨ। ਇਸ ਕਰਕੇ ਬਹੁਤ ਜ਼ਿਆਦਾ ਡੀਪਲੀ ਪੜ੍ਹਨ ਦੀ ਲੋੜ ਨਹੀਂ। ਇਸ ਦੀ ਬਜਾਏ ਆਪਾਂ ਬਾਕੀ ਸਾਰੇ ਸਬਜੈਕਟ ਜਿਹੜੇ ਨਾਲ ਪੈਰਲਲ ਲੈ ਕੇ ਚੱਲੀਏ ਤਾਂ ਵਧੀਆ ਜਿਹੜਾ ਆਪਾਂ ਕਰ ਸਕਾਂਗੇ। ਇਹ ਨਹੀਂ ਕਿ ਤੁਸੀਂ ਪੂਰੀ ਜੀਕੇ 'ਤੇ ਹੀ ਪੂਰੀ 2-3 ਮਹੀਨੇ ਲਗਾ ਦੇਵੋ, ਬਾਕੀ ਸਬਜੈਕਟ ਤੁਹਾਡੇ ਨਾ ਹੋਣ। ਇਸ ਕਰਕੇ ਆਪਾਂ ਸਿਰਫ ਤੇ ਸਿਰਫ ਮੇਨ ਟੌਪਿਕ ਹੀ ਕਰਾਂਗੇ ਅੱਜ ਇਸ ਵੀਡੀਓ ਵਿੱਚ। ਜਿਹੜੀ ਆਪਾਂ ਹੁਣ ਤੁਹਾਨੂੰ ਕਰਵਾ ਰਹੇ ਹਾਂ ਸਾਰਾ ਕੁਝ ਜਿਹੜੇ ਹਿਸਟਰੀ ਦਾ ਪਾਰਟ ਕਰਵਾਵਾਂਗੇ, ਠੀਕ ਹੈ। ਮੇਨ ਟੌਪਿਕ ਹੀ ਹੋਣਗੇ, ਉਹ ਸਿੱਧੇ ਸਿੱਧੇ ਕੁਐਸਚਨ ਆਉਣਗੇ ਉਹਨਾਂ ਵਿੱਚੋਂ, ਠੀਕ ਹੈ। ਇਹ ਮਤਲਬ ਕਿ ਆਪਾਂ ਨੂੰ ਥਿਊਰੀ ਪੜ੍ਹਨ ਦੀ ਲੋੜ ਨਹੀਂ ਹੈ। ਜਿਹੜੇ ਟੌਪਿਕ ਆਪਾਂ ਮੇਨ ਪੜ੍ਹਾਂਗੇ ਇਹਨਾਂ ਵਿੱਚੋਂ ਤੁਹਾਡੇ ਐਗਜ਼ਾਮ ਵਿੱਚ ਡਾਇਰੈਕਟ ਸਿੱਧੇ ਹੀ ਕੁਐਸਚਨ ਜਿਹੜੇ ਆ ਜਾਣਗੇ, ਠੀਕ ਹੈ। ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਜਿਹੜੀ PDF ਹੈ ਤੁਹਾਨੂੰ ਇਹ ਵੀ ਦੇ ਦੇਵਾਂਗੇ, ਠੀਕ ਹੈ। ਚਲੋ ਪਹਿਲਾਂ ਆਪਾਂ ਦੇਖਦੇ ਹਾਂ ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ। ਡਾਇਰੈਕਟ ਕੁਐਸਚਨ ਪੁੱਛ ਲਿਆ ਜਾਂਦਾ ਹੈ। ਲਗਭਗ 13 ਲੱਖ ਵਰਗ ਕਿਲੋਮੀਟਰ ਦੇ ਵਿੱਚ ਜਿਹੜਾ ਇਹ ਏਰੀਆ ਸੀ ਇਹ ਫੈਲਿਆ ਹੋਇਆ ਸੀ, ਠੀਕ ਹੈ। ਅਗਲਾ ਆਪਣੇ ਕੋਲ ਕੀ ਬਣਦਾ ਪੁਆਇੰਟ, ਸਿੰਧੂ ਘਾਟੀ ਦੇ ਸ਼ਹਿਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ, ਠੀਕ ਹੈ। 2 ਭਾਗਾਂ ਵਿੱਚ ਇਹ ਸਿੱਧੇ ਕੁਐਸਚਨ ਬਣ ਜਾਂਦੇ ਇਹਨਾਂ ਦੇ, ਠੀਕ ਹੈ। ਸਿਟਾਡੇਲ ਅਤੇ ਨੀਮਾ ਨਗਰ, ਠੀਕ ਹੈ। 2 ਭਾਗ ਹੁੰਦੇ ਸਨ ਇਹ ਸਿੰਧੂ ਘਾਟੀ ਦੀ ਸੱਭਿਅਤਾ ਦੇ, ਸਿਟਾਡੇਲ ਅਤੇ ਨੀਮਾ ਨਗਰ। ਅੱਗੇ ਦੇਖੋ, ਸਿੰਧੂ ਘਾਟੀ ਦੀ ਸੱਭਿਅਤਾ ਦਾ ਜਿਹੜਾ ਕਿਹੜਾ ਸ਼ਹਿਰ 3 ਭਾਗਾਂ ਵਿੱਚ ਵੰਡਿਆ ਹੋਇਆ ਸੀ। ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ। ਕਿਸੇ ਇੱਕ ਸ਼ਹਿਰ ਦਾ ਨਾਮ ਮਤਲਬ ਉਹਨਾਂ ਨੇ ਆਪਾਂ 4 ਸ਼ਹਿਰਾਂ ਦੇ ਨਾਮ ਪਾ ਦੇਣੇ, ਇਹ ਕੁਐਸਚਨ ਪਾ ਦੇਣਾ, ਠੀਕ ਹੈ, ਵੀ ਕਿਹੜਾ ਸ਼ਹਿਰ ਇਹਨਾਂ 'ਚੋਂ ਜਿਹੜਾ 3 ਭਾਗਾਂ 'ਚ ਵੰਡਿਆ ਸੀ। ਉਹ ਹੈ ਧੌਲਾਵੀਰਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਐਗਜ਼ਾਮ 'ਚ ਆਉਂਦਾ ਰਹਿੰਦਾ ਹੈ, ਠੀਕ ਹੈ। ਅੱਗੇ ਦੇਖੋ, ਸਭ ਤੋਂ ਇੰਪੋਰਟੈਂਟ ਜਿਹੜਾ ਕੁਐਸਚਨ ਇਸ 'ਚੋਂ, ਸਿੰਧੂ ਘਾਟੀ ਦੀ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ ਸੀ। ਖੋਜ ਕਿਸ ਨੇ ਕੀਤੀ ਸੀ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ। ਆਪਾਂ 3 ਸਟਾਰ ਪਾਤੇ ਇਹਨੂੰ, ਠੀਕ ਹੈ। ਦਇਆ ਰਾਮ ਸਾਹਨੀ ਜੀ ਸਨ, ਉਹਨਾਂ ਨੇ ਸਿੰਧੂ ਘਾਟੀ ਦੀ ਸੱਭਿਅਤਾ ਦੀ ਜਿਹੜੀ ਖੋਜ ਹੈ ਉਹ ਕੀਤੀ ਸੀ, ਠੀਕ ਹੈ। ਅਗਲਾ ਆਪਣੇ ਕੋਲ 5ਵਾਂ ਨੰਬਰ, ਸਿੰਧੂ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿੱਥੇ ਹੈ। ਇਹ ਵੀ ਆਪਾਂ ਨੂੰ ਪੁੱਛ ਲਿਆ ਜਾਂਦਾ। 4 ਸਥਾਨਾਂ ਦੇ ਨਾਮ ਪਾ ਦਿੱਤੇ ਜਾਂਦੇ ਆ ਕਿ ਇਹਨਾਂ 'ਚੋਂ ਦੱਸੋ ਸਿੰਧੂ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿਹੜਾ ਹੈ। ਇਸ ਵਿੱਚ ਆਵੇਗਾ ਹੜੱਪਾ, ਠੀਕ ਹੈ। ਹੜੱਪਾ ਜਿਹੜਾ ਹੈ ਸਿੰਧੂ ਘਾਟੀ ਸੱਭਿਅਤਾ ਦਾ ਪਹਿਲਾ ਸਥਾਨ ਸੀ, ਠੀਕ ਹੈ, ਜੋ ਖੋਜਿਆ ਗਿਆ ਹੈ। ਅਗਲਾ, ਹੁਣ ਇਹ ਤਾਂ ਤੁਹਾਨੂੰ ਮੈਂ ਦੱਸ ਦਿੱਤਾ ਕਿ ਹੜੱਪਾ ਪਹਿਲਾਂ ਖੋਜਿਆ ਗਿਆ ਸੀ, ਠੀਕ ਹੈ। ਇਹ ਵੀ ਪੁੱਛ ਲਿਆ ਜਾਂਦਾ ਕਿ ਕਿਹੜੇ ਸਾਲ ਵਿੱਚ ਖੋਜਿਆ ਸੀ। 1921 ਵਿੱਚ, ਠੀਕ ਹੈ। 1921 ਈਸਵੀ ਵਿੱਚ ਜਿਹੜਾ ਹੜੱਪਾ ਸੱਭਿਅਤਾ ਦੀ ਖੋਜ ਕੀਤੀ ਗਈ ਸੀ। ਇਹ ਕਿਸ ਨੇ ਕੀਤੀ ਸੀ। ਸਿੰਧੂ ਘਾਟੀ ਦੀ ਸੱਭਿਅਤਾ ਦਾ ਪਹਿਲਾ ਸਥਾਨ ਜਿਹੜਾ ਹੜੱਪਾ, ਇਹ ਦਇਆ ਰਾਮ ਸਾਹਨੀ ਜੀ ਨੇ, ਠੀਕ ਹੈ, ਇਹਨਾਂ ਨੇ ਖੋਜਿਆ ਸੀ ਇਹ। ਅਗਲਾ ਦੇਖੋ, ਸਿੰਧੂ ਘਾਟੀ ਦੀ ਸੱਭਿਅਤਾ ਕਿਸ ਯੁੱਗ ਦੀ ਸੱਭਿਅਤਾ ਸੀ। ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਨਾ ਕਿੱਦਾਂ, ਇਹ ਕੁਐਸਚਨ ਪਤਾ ਕਿੱਦਾਂ ਆਉਂਦਾ ਹੁੰਦਾ, ਜਿਵੇਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਆਹ ਕੁਐਸਚਨ ਪਾਤਾ ਉਹਨਾਂ ਨੇ, ਸਿੰਧੂ ਘਾਟੀ ਦੀ ਸੱਭਿਅਤਾ ਕਿਸ ਯੁੱਗ ਨਾਲ ਸੰਬੰਧਿਤ ਸੀ। ਉੱਥੇ ਉਹਨਾਂ ਨੇ ਤੁਹਾਨੂੰ 3-4 ਦੇ ਦੇਣੇ ਆ, ਪੱਥਰ ਯੁੱਗ, ਕਾਂਸੇ ਯੁੱਗ, ਪਿੱਤਲ ਯੁੱਗ, ਇੱਦਾਂ ਬਣਾ ਦਿੰਦੇ ਆ, ਜਿਸ 'ਚ ਕਿ ਆਨਸਰ ਇਹ ਹੋਵੇਗਾ ਕਾਂਸੇ ਯੁੱਗ, ਠੀਕ ਹੈ। ਸਿੰਧੂ ਘਾਟੀ ਦੀ ਸੱਭਿਅਤਾ ਆਪਾਂ ਕਾਂਸੇ ਯੁੱਗ ਦੇ ਨਾਲ ਸੰਬੰਧਿਤ ਸੀ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਬਹੁਤ ਐਗਜ਼ਾਮ ਵਿੱਚ ਆਉਂਦਾ ਹੈ। ਸਿਰਫ ਤੇ ਸਿਰਫ ਤੁਹਾਨੂੰ ਮੇਨ ਚੀਜ਼ਾਂ ਹੀ ਕਰਾ ਰਹੇ ਹਾਂ ਜਿਨ੍ਹਾਂ ਦੇ ਕਿ
ਇਹਨਾਂ ਵਿੱਚੋਂ ਹੀ ਤੁਹਾਨੂੰ ਇੱਕ ਦੋ ਕੁਐਸਚਨ ਜਿਹੜਾ ਤੁਹਾਡੇ ਐਗਜ਼ਾਮਾਂ 'ਚ ਆ ਜਾਣਾ ਹੈ। ਮਤਲਬ ਕਿ ਲਗਭਗ ਇਹ ਸਾਰੇ ਹੀ ਇੰਪੋਰਟੈਂਟ ਹੈ ਕੁਐਸਚਨ, ਸਾਰੇ ਐਗਜ਼ਾਮਾਂ 'ਚ, ਜਿਵੇਂ ਕੋਈ ਵੀਡੀਓ 'ਚ ਆ ਗਿਆ, ਕੋਈ ਫੋਰੈਸਟ 'ਚ ਆ ਗਿਆ, ਠੀਕ ਹੈ, ਇੱਦਾਂ ਕਰਕੇ ਤੁਹਾਨੂੰ ਇਹ ਕੁਐਸਚਨ ਆ ਜਾਣਗੇ, ਬਹੁਤ ਇੰਪੋਰਟੈਂਟ ਹੈ। ਸਿੱਧੂ ਘਾਟੀ ਦੀ ਸੱਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ, ਪਹਿਲਾਂ ਤੁਹਾਨੂੰ ਦੱਸਤਾ ਮੈਂ, ਹੜੱਪਾ ਪਹਿਲਾਂ ਖੋਜਿਆ ਗਿਆ ਸੀ, ਦੂਜਾ ਸਥਾਨ ਕਿਹੜਾ ਸੀ, ਉਹ ਮੋਹਨਜੋਦੜੋ, ਠੀਕ ਹੈ, ਇਹ ਦੂਜਾ ਸਥਾਨ ਸੀ, ਇਹ ਜਿਹੜਾ ਸਿੱਧੂ ਘਾਟੀ ਸੱਭਿਅਤਾ ਦਾ ਖੋਜਿਆ ਗਿਆ ਸੀ, ਠੀਕ ਹੈ। ਮੋਹਨਜੋਦੜੋ ਦਾ ਅਰਥ ਕੀ ਹੁੰਦਾ ਹੈ, ਇਹ ਵੀ ਪੁੱਛ ਲਿਆ ਜਾਂਦਾ ਹੈ। ਇਸ ਦਾ ਆਨਸਰ ਹੈ ਮੁਰਦਿਆਂ ਦਾ ਟਿੱਲਾ, ਠੀਕ ਹੈ, ਮੁਰਦਿਆਂ ਦਾ ਟਿੱਲਾ ਇਸ ਦਾ ਆਨਸਰ ਹੈ, ਠੀਕ ਹੈ। ਅਗਲਾ ਆਪਣੇ ਕੋਲ 11ਵੇਂ ਨੰਬਰ 'ਤੇ ਆ ਗਿਆ, ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਾਂ ਮਿਲੀਆਂ ਹਨ, ਠੀਕ ਹੈ। ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ, ਕਿਉਂਕਿ ਟ੍ਰਿਕੀ ਜੇ ਕੁਐਸਚਨ ਹੁੰਦੇ ਉਹਨਾਂ ਨੇ ਤੁਹਾਨੂੰ ਇਹ ਪਾ ਦੇਣਾ ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਾਂ ਮਿਲੀਆਂ ਹਨ। ਆਨਸਰ ਕੀ ਹੋਵੇਗਾ, 7, 8, 9, 10, ਠੀਕ ਹੈ। ਇਹਦੇ 'ਚ ਬੰਦਾ ਕਨਫਿਊਜ਼ ਹੋ ਜਾਂਦਾ, ਇਸ ਕਰਕੇ ਇਸ ਚੀਜ਼ਾਂ ਨੂੰ ਰੱਟਾ ਲਗਾ ਲਓ ਕਿ 7 ਤਹਿਾਂ ਮਿਲੀਆਂ ਸਨ, ਠੀਕ ਹੈ। ਇੱਦਾਂ ਦੇ ਕੁਐਸਚਨ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਹੁਣ ਇਹ ਵੀ ਬਹੁਤ ਇੰਪੋਰਟੈਂਟ ਹੈ, ਜਿਵੇਂ ਕਿ ਪੁੱਛ ਲਿਆ ਜਾਂਦਾ ਵੀ ਹੜੱਪਾ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ ਸੀ, ਉਹਨੇ ਤੁਹਾਨੂੰ 3-4 ਨਾਮ ਦੇ ਦੇਣੇ ਆ, ਵਿੱਚੇ R.D. ਬੈਨਰਜੀ ਪਾਤਾ, ਵਿੱਚੇ ਦਇਆਰਾਮ ਸਾਹਨੀ ਪਾਤਾ, ਤੁਸੀਂ ਕਨਫਿਊਜ਼ ਹੋ ਜਾਣਾ ਇੱਥੇ ਵੀ ਕਿਹੜਾ ਸੀ, ਕਿਉਂਕਿ ਪੜ੍ਹੇ ਤੁਸੀਂ ਸਾਰੇ ਹੋਣੇ ਆ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਾ, ਇਹ ਪੁਆਇੰਟ ਜਿਹੜੇ ਚੰਗੀ ਤਰ੍ਹਾਂ ਸਮਝ ਲਓ, ਚੰਗੀ ਤਰ੍ਹਾਂ ਇਹਨਾਂ ਨੂੰ ਮਤਲਬ ਮਨ 'ਚ ਵਸਾ ਲਿਓ, ਠੀਕ ਹੈ, ਤਾਂ ਕਿ ਤੁਹਾਡੇ ਦਿਮਾਗ 'ਚ ਸਕਿਪ ਹੋਣ, ਕਿਉਂਕਿ ਜਿਹੜੇ ਪੇਪਰ 'ਚ ਕੁਐਸਚਨ ਹੈ ਇੱਦਾਂ ਟ੍ਰਿਕੀ ਜਿਹੇ ਹੁੰਦੇ ਆ, ਬਿਲਕੁਲ ਨੇੜੇ ਨੇੜੇ ਆਨਸਰਾਂ ਵਾਲੇ, ਠੀਕ ਹੈ। ਹੁਣ ਦੇਖੋ, ਹੜੱਪਾ ਦੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ, ਦਇਆਰਾਮ ਸਾਹਨੀ ਜੀ ਨੇ ਖੋਜ ਕੀਤੀ ਸੀ। ਹੁਣ ਮੋਹਨਜੋਦੜੋ ਦੀ ਖੋਜ ਜਿਹੜੀ ਉਹ ਸੀ R.D. ਬੈਨਰਜੀ ਨੇ ਕੀਤੀ ਸੀ, ਠੀਕ ਹੈ। 1 ਸਾਲ ਬਾਅਦ ਹੀ ਜਿਹੜੀ ਮੋਹਨਜੋਦੜੋ ਦੀ ਖੋਜ ਹੋ ਗਈ ਸੀ, ਠੀਕ ਹੈ। ਹੜੱਪਾ 1921 ਵਿੱਚ ਹੋਇਆ ਸੀ ਖੋਜ, ਤੇ ਮੋਹਨਜੋਦੜੋ ਜਿਹੜਾ 1922 ਵਿੱਚ ਖੋਜ ਹੋ ਗਿਆ ਸੀ। ਹੜੱਪਾ ਦੀ ਜਿਹੜੀ ਦਇਆਰਾਮ ਸਾਹਨੀ ਸਨ, ਠੀਕ ਹੈ, ਤੇ ਮੋਹਨਜੋਦੜੋ ਦੇ ਕੇ R.D. ਬੈਨਰਜੀ। ਇਹ ਦੋ ਆ ਪੁਆਇੰਟ, ਦੋਹੇ ਪੁਆਇੰਟਾਂ ਦੀਆਂ ਹਰੇਕ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਠੀਕ ਹੈ। ਇਹਨਾਂ 'ਚ ਇੱਕ ਕੁਐਸਚਨ ਪੱਕਾ ਆ ਜਾਂਦਾ ਐਗਜ਼ਾਮ ਵਿੱਚ। ਅੱਗੇ ਦੇਖੋ, ਇਹ ਕੁਐਸਚਨ ਚਲੋ ਇਹ ਆਉਂਦਾ ਤਾਂ ਨਹੀਂ, ਚਲੋ ਤੁਹਾਨੂੰ ਦੱਸ ਦਿੰਦੇ ਹਾਂ। ਇਹ ਵੀ ਜ਼ਿਆਦਾਤਰ ਇਤਿਹਾਸਕਾਰ ਜਿਹੜੀ ਸਿੱਧੂ ਘਾਟੀ ਸੱਭਿਅਤਾ ਦਾ ਕਾਲ ਕੀ ਮੰਨਦੇ ਹਨ, ਹੋ ਸਕਦਾ ਐਗਜ਼ਾਮ 'ਚ ਕਿਸੇ 'ਚ ਆ ਜਾਵੇ, ਠੀਕ ਹੈ। ਇਹ 2250 ਤੋਂ 1750 ਈਸਾ ਪੂਰਵ ਜਿਹੜਾ ਇਸ ਕਾਲ ਨੂੰ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਸਿੱਧੂ ਘਾਟੀ ਦੀ ਸੱਭਿਅਤਾ ਦਾ ਜਿਹੜਾ ਕਾਲ ਸੀ ਇਹ ਸੀ, ਠੀਕ ਹੈ। ਇੰਪੋਰਟੈਂਟ ਹੈ, ਯਾਦ ਰੱਖਿਓ ਇਸ ਨੂੰ ਵੀ। ਅਗਲਾ ਦੇਖੋ, ਸਿੱਧੂ ਘਾਟੀ ਦੀ ਸੱਭਿਅਤਾ ਕਿੰਨੀ ਪੁਰਾਣੀ ਹੈ, ਸਿੱਧੂ ਘਾਟੀ ਦੀ ਜਿਹੜੀ ਸੱਭਿਅਤਾ ਹੈ ਉਹ ਦੱਸਣੀ ਹੈ ਤੁਸੀਂ ਕਿੰਨੀ ਪੁਰਾਣੀ ਹੈ। ਸਿੱਧੂ ਘਾਟੀ ਦੀ ਸੱਭਿਅਤਾ ਜਿਹੜੀ ਲਗਭਗ 5000 ਸਾਲ ਪੁਰਾਣੀ ਹੈ, ਠੀਕ ਹੈ। ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਤੁਸੀਂ, ਇਹ ਤੁਹਾਨੂੰ ਕੁਐਸਚਨ ਆ ਜਾਂਦਾ ਹੈ। ਇਹ ਵੀ ਮਤਲਬ ਕਿ ਉੱਥੇ ਆਪਸ਼ਨ ਹੁੰਦਾ ਹੈ 10000 ਸਾਲ ਪੁਰਾਣੀ, 15000, ਇੱਦਾਂ ਦੇ ਕੁਐਸਚਨ ਬਣ ਜਾਂਦੇ ਆ। ਇਹ ਆਨਸਰ ਬਣਦਾ ਇਸ ਦਾ 5000 ਸਾਲ ਪੁਰਾਣੀ, ਠੀਕ ਹੈ। ਅੱਗੇ ਚਲੋ, ਕਿਹੜਾ ਹੈ ਆਪਣੇ ਕੋਲ, ਹੜੱਪਾ ਕਿਹੜੀ ਨਦੀ ਦੇ ਕੰਢੇ ਸਥਿਤ ਹੈ, ਠੀਕ ਹੈ। 16ਵੇਂ ਨੰਬਰ 'ਤੇ ਆ ਗਿਆ ਇੱਥੇ, ਹੜੱਪਾ ਕਿਹੜੀ ਨਦੀ 'ਤੇ, 4 ਨਦੀਆਂ ਦੇ ਨਾਮ ਦੇ ਦੇਣੇ ਤੁਹਾਨੂੰ, ਠੀਕ ਹੈ। ਉੱਥੇ ਉਹਨਾਂ ਨੇ ਪੁੱਛ ਲੈਣਾ ਕਿ ਹੜੱਪਾ ਕਿਹੜੀ ਨਦੀ ਦੇ ਕੰਢੇ ਸਥਿਤ ਹੈ। ਇਸ ਦਾ ਜਿਹੜਾ ਸਹੀ ਆਨਸਰ ਆਪਣੇ ਕੋਲ ਬਣੇਗਾ ਉਹ ਹੈ ਰਾਵੀ ਨਦੀ ਦੇ ਕੰਢੇ, ਠੀਕ ਹੈ। ਹੜੱਪਾ ਜਿਹੜਾ ਉਹ ਰਾਵੀ ਨਦੀ ਦੇ ਕੰਢੇ ਸਥਿਤ ਹੈ, ਠੀਕ ਹੈ। ਹੁਣ ਆ ਜਾਓ ਅੱਗੇ, ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਕਿ ਸਿੱਧੂ ਘਾਟੀ ਦੇ ਜਿੰਨੇ ਵੀ ਨਗਰ ਮਿਲੇ ਸਨ, ਠੀਕ ਹੈ, ਉਹਨਾਂ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਕਿਹੜਾ ਸੀ। ਜਿੰਨੇ ਵੀ ਹੁਣ ਤੱਕ ਖੋਜਾਂ ਹੋਈਆਂ, ਮਤਲਬ ਉਹਨਾਂ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਸਿੱਧੂ ਘਾਟੀ 'ਚ ਕਿਹੜਾ ਸੀਗਾ, ਉਹ ਸੀ ਹੜੱਪਾ, ਠੀਕ ਹੈ। ਹੜੱਪਾ ਜਿਹੜਾ ਸੱਭਿਅਤਾ ਦਾ ਮਤਲਬ ਸਿੱਧੂ ਘਾਟੀ ਸੱਭਿਅਤਾ ਜਿਹੜਾ ਹੜੱਪਾ ਸ਼ਹਿਰ ਸੀ ਉਹ ਸਭ ਤੋਂ ਬੜਾ ਸ਼ਹਿਰ ਹੈ ਜਿਹੜੇ ਹੁਣ ਤੱਕ ਜਿੰਨੀਆਂ ਵੀ ਖੋਜਾਂ ਆਪਣੀਆਂ ਹੋਈਆਂ ਨੇ, ਠੀਕ ਹੈ। ਅੱਗੇ ਆ ਜਾਓ, ਹੜੱਪਾ ਨਗਰ ਦਾ ਘੇਰਾ ਕਿੰਨਾ ਸੀ ਪੁੱਛ ਲਿਆ ਜਾਂਦਾ। ਜੇ ਮੰਨ ਲਓ ਇੱਦਾਂ ਵੀ ਇਹ ਲਗਭਗ ਕਿੰਨੇ ਏਰੀਏ 'ਚ ਫੈਲਿਆ ਹੋਇਆ ਸੀ, ਲਗਭਗ 5 ਕਿਲੋਮੀਟਰ ਦੇ ਦਾਇਰੇ ਵਿੱਚ ਜਿਹੜਾ ਹੜੱਪਾ ਸ਼ਹਿਰ ਸੀ ਉਹ ਫੈਲਿਆ ਹੋਇਆ ਸੀ, ਠੀਕ ਹੈ। ਹੁਣ ਦੇਖੋ, ਜਿਹੜੇ ਇਹਨਾਂ ਨੇ ਹੁਣ ਖੋਜਾਂ ਕਰੀਆਂ ਜਿਵੇਂ, ਠੀਕ ਹੈ, ਉਹਨਾਂ 'ਚੋਂ ਕੁਐਸਚਨ ਪੁੱਛ ਲਿਆ ਜਾਂਦਾ ਵੀ ਕਿਹੜੀ ਕਿਹੜੀ ਚੀਜ਼ਾਂ ਮਿਲੀਆਂ, ਜਿਵੇਂ ਹੜੱਪਾ ਵਿਖੇ ਕਿਹੜੀ ਕਿਹੜੀ ਚੀਜ਼ਾਂ ਦੀ ਪ੍ਰਾਪਤੀ ਹੋਈ ਹੈ। ਇੱਕ ਤਾਂ ਇਹ ਆਪਣਾ ਅਨਾਜ ਗੋਦਾਮ ਦੀ ਜਿਹੜੀ ਇੱਥੇ ਆਪਾਂ ਨੂੰ ਮਿਲਿਆ, ਇਹਨਾਂ ਦੇ ਮਤਲਬ ਕਿ ਜੋ ਵੀ ਅਵਸ਼ੇਸ਼ ਮਿਲੇ ਹੈ ਉੱਥੋਂ ਪਤਾ ਲੱਗਿਆ ਕਿ ਅਨਾਜ ਦੇ ਗੋਦਾਮ ਹੁੰਦੇ ਸਨ ਇਹ, ਠੀਕ ਹੈ, ਹੜੱਪਾ ਸ਼ਹਿਰ ਵਿੱਚ। ਅੱਗੇ ਦੇਖੋ, ਮੋਹਨਜੋਦੜੋ ਕਿੰਨੀ ਵਾਰੀ ਵਸਿਆ ਅਤੇ ਉਜੜਿਆ। ਜਿਹੜਾ ਮੋਹਨਜੋਦੜੋ ਸ਼ਹਿਰ ਹੈ ਨਾ, ਉਹ ਵਾਰ-ਵਾਰ ਉਹਦਾ ਵਿਨਾਸ਼ ਹੋਇਆ ਅਤੇ ਵਾਰ-ਵਾਰ ਉਹ ਮੁੜ ਸਰਜੀਤ ਵੀ ਹੋਇਆ ਹੈ, ਠੀਕ ਹੈ। ਉਹ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਂਦਾ ਕਿੰਨੀ ਵਾਰੀ ਹੋਇਆ, ਇਹ 7 ਵਾਰ ਹੋਇਆ, ਠੀਕ ਹੈ। ਇੱਦਾਂ ਇਹ ਜਿਵੇਂ ਜਿਹੜੇ ਸਾਇੰਟਿਸਟ ਹੈ ਉਹ ਜਦੋਂ ਆਪਣੀ ਖੋਜਾਂ ਕਰਦੇ ਆ, ਵਾਰ-ਵਾਰ ਉਹਨਾਂ ਨੂੰ ਕੁਛ ਇਹੋ ਚੀਜ਼ਾਂ ਮਿਲਦੀਆਂ ਉੱਥੋਂ ਵੀ ਇੱਦਾਂ ਹੋਇਆ, ਉਹਨਾਂ ਚੀਜ਼ਾਂ ਤੋਂ ਇਹ ਆਪਣਾ ਆਈਡੀਆ ਲਾਉਂਦੇ ਆ। ਹੁਣ ਤੁਸੀਂ ਇਹ ਲਗਭਗ ਜੋ ਇਹਨਾਂ ਨੇ ਮਤਲਬ ਕਿ ਥਿਊਰੀਆਂ ਹੁੰਦੀਆਂ ਨੇ ਇਹ, ਠੀਕ ਹੈ, ਇਹ ਨਾ ਸਮਝਿਓ ਕਿ ਹਾਂ ਇਹਨਾਂ ਨੂੰ ਐਗਜ਼ੈਕਟ ਹੀ ਪਤਾ ਲੱਗ ਗਿਆ ਕਿ ਇੱਦਾਂ ਹੋਇਆ ਹੋਊਗਾ ਉੱਥੇ। ਇਹ ਮਤਲਬ ਜਿਹੜੀਆਂ ਚੀਜ਼ਾਂ ਮਿਲਦੀਆਂ ਹੈ ਉਹਨਾਂ ਦੀ ਮਤਲਬ ਕਿ ਜਾਂਚ ਪੜਤਾਲ ਜਦੋਂ ਇਹ ਕਰਦੇ ਆ, ਉਹਨਾਂ ਦੇ ਹਿਸਾਬ ਨਾਲ ਫਿਰ ਇਹ ਥਿਊਰੀਆਂ ਬਣਾਉਂਦੇ ਵੀ ਇਸ ਚੀਜ਼ ਦਾ ਇੱਦਾਂ ਹੋਇਆ ਹੋਣਾ ਹੈ, ਠੀਕ ਹੈ। ਇਹ ਕੋਈ ਐਗਜ਼ੈਕਟ ਨਹੀਂ ਹੁੰਦਾ,
परंतु जो थ्योरीਆਂ ਬਣੀਆਂ ਹੋਈਆਂ ਨੇ, जो ਇਹਨਾਂ ਨੇ मतलब कि ਸਾਰੇ जो ਇਤਿਹਾਸਕਾਰ ਸੀ ਉਹਨਾਂ ਨੇ ਲਿਖਿਆ ਹੈ, ਉਸੇ ਚੀਜ਼ ਨੂੰ ਜੋ ਆਪਣਾ ਹੁਣ ਚੱਲ ਰਿਹਾ ਉਹ ਸਹੀ ਮੰਨਦਾ ਅਤੇ ਉਸੇ ਦੇ ਆਧਾਰ 'ਤੇ ਹੀ ਕੁਐਸਚਨ ਜਿਹੜੇ ਆਉਂਦੇ ਆ ਪੇਪਰਾਂ ਵਿੱਚ ਅਤੇ ਉਸੇ ਨੂੰ ਹੀ ਸਹੀ ਮੰਨਿਆ ਜਾਂਦਾ ਹੈ। ਠੀਕ ਹੈ, ਅੱਗੇ ਦੇਖੋ, ਮੋਹਨਜੋਦਾੜੋ ਵਿਖੇ ਕਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਸਨ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨਾ, ਜਿਹੜਾ ਹੜੱਪਾ ਵਿਖੇ ਕਿਹੜੀ ਚੀਜ਼ਾਂ ਪ੍ਰਾਪਤ ਹੋਈਆਂ ਤੇ ਹੜੱਪਾ ਵਿਖੇ ਅਨਾਜ ਦੇ ਗੋਦਾਮ ਮਿਲੇ ਤੇ। ਠੀਕ ਹੈ, ਵੀ ਜੋ ਉੱਥੇ ਜੋ ਬਣਤਰ ਚੀਜ਼ਾਂ ਦੀ ਮਿਲੀ ਉਹਨਾਂ ਤੋਂ ਪਤਾ ਲੱਗਿਆ ਕਿ ਇਹ ਅਨਾਜ ਦੇ ਗੋਦਾਮ ਇੱਥੇ ਕਿਸੇ ਟਾਈਮ ਬਣਾਏ ਗਏ ਹੋਣਗੇ। ਠੀਕ ਹੈ, ਹੁਣ ਅੱਗੇ ਆ ਜੋ ਮੋਹਨਜੋਦੜੋ। ਇਸੇ ਤਰ੍ਹਾਂ ਪਹਿਲਾ ਸ਼ਹਿਰ ਹੜੱਪਾ ਸੀਗਾ, ਦੂਜਾ ਸ਼ਹਿਰ ਸੀਗਾ ਮੋਹਨਜੋਦੜੋ। ਮੋਹਨਜੋਦੜੋ 'ਚੋਂ ਕਾਫੀ ਚੀਜ਼ਾਂ ਮਿਲੀਆਂ ਹੈ। ਠੀਕ ਹੈ, ਇੱਕ ਤਾਂ ਇਹ 'ਚ ਬਹੁਤ ਇੰਪੋਰਟੈਂਟ ਹੈ, ਇਹ ਸਿੱਧਾ ਕੁਐਸਚਨ ਵੀ ਆ ਜਾਂਦਾ ਹੈ ਕਿ ਵਿਸ਼ਾਲ ਇਸ਼ਨਾਨ ਘਰ ਕਿੱਥੇ ਮਿਲਿਆ ਹੈ। ਠੀਕ ਹੈ, ਜਿਵੇਂ ਦੇ ਆਪਣੇ ਅੱਜ ਕੱਲ੍ਹ ਸਵੀਮਿੰਗ ਪੂਲ ਬਣੇ ਹੁੰਦੇ ਆ ਨਾ, ठीक है, इस तरह का एक बहुत ही विशाल इशनान घर मतलब बनया होया मिले है। बहुत विशाल मतलब एडा नहीं कोई बहुत ज़्यादा बड़ा, जो लगभग सेम तुम इदा ही मन सकते हो जिमें कि एक तरह का पूल बनया हो, इस तरह का एक उत्थे बनया होया मिले। तुम यूट्यूब पर वीडियोज़ देख सकते हो, थोनों सीधियाँ उत्थे दी वीडियोज़ देखने को मिल जाएगा। ठीक है, ये सीधा क्वेश्चन भी आ जाता है कि विशाल इशनान घर है जिहड़ा कित्थे मिलिया, वो सीगा मोहनजोदड़ो विखे। ठीक है, होर इस विच की चीज़ां ने मिलियां, इन्हां चों कई बारी आ जाता क्वेश्चन भी यह चीज़ कित्थे मिली है। जिवें उन्होंने पा देना नर्तकी की मूर्ति कित्थे मिली है, हेठां 4 शहर पा देने है, मोहनजोदड़ो, हड़प्पा, कालीबंगा, सारे इदां पा देने हैं, बंदा उस विच उलझ जाता है। ये चीज़ां तुसीं ना चंगी तरह नट लिओ, क्योंकि जिहड़ी चीज़ां लिखोगे एक बार हिस्टरी विच उही क्वेश्चन जिहड़े बनी जाने बार बार। हुण देखो इस विच मोहनजोदड़ो विच की मिलिया सी, होर नर्तकी की मूर्ति मिली सी। ठीक है, नर्तकी की मूर्ति। उस तो इलावा अनाज गोदामां दे अनाज इत्थे भी मिले मोहनजोदड़ो। ठीक है, मोहरां मिलियां है, पुरानियां मोहरां बणियां होईयां। ठीक है, इदां दी चीज़ां जिहड़ियां मोहनजोदड़ो विच इह प्राप्त होईयां है। हुण अगे आ जाओ, जिहड़ा विशाल इशनान घर मिलिया सी उत्थे, ठीक है, उस विच आ जांदा है अपने कोल क्वेश्चन कि उसका आकार की सी। ठीक है, वो पूछ लिया जाता कि आकार की सी। आकार सी जिहड़ा वो मतलब इदां आयताकार टाइप जाए। ठीक है, 180 फुट है जिहड़ा वो लंबा सी। ठीक है, तो 108 फुट है जिहड़ा वो चौड़ा सी। ठीक है, इदां आयताकार टाइप जे बनया होया है। यूट्यूब पर जरूर देखियो, वधिया लगूगा तुहानूं पूरा ही जिहड़ा सिंधु घाटी का, जिवें किसी ब्लॉगर वगैरह ने पाए हुंदे है सिंधु घाटी उत्थे देखण गए, उदां दे उत्थे तुहानूं सारा कुछ दिखा देना उन्होंने। वो चीज़ां देख के ना चंगी तरह दिमाग 'च रह जांदियां फिर। ठीक है, अगे चलो, विशाल इशनान घर दे बने तलाऽ दा आकार की सी। ठीक है, जिवें मैं तुहानूं दस्सिया कि इदां आयताकार टाइप विशाल इशनान घर बनया सी, ते उहदे विच इदां जिवें आपां स्विमिंग पूल कह सकते हैं, इदां एक तरह का एक तलाऽ जिहा बनया होया है। ठीक है, उसका आकार दसना आपां ने। वो जिहड़ा सीगा 39 फुट तां लंबा सीगा। ठीक है, ते 23 फुट चौड़ा सीगा, ते इदां इहदी डूंघाई किन्नी सी वो दसनी आपां ने। डूंघाई सीगी 7 फुट। ठीक है, ये क्वेश्चन जिहड़े ये सीधे सीधे कई बार पुछ ले जाने कि उसकी लंबाई चौड़ाई डूंघाई किन्नी सी। ठीक है, ये भी जरूरी है, पढ़ लिओ। ठीक है, हुण आ जाओ तीजा स्थान। 2 स्थान तुहानूं दसते, तीजा स्थान जिहड़ा खोज होया है वो होया चहुंजदाड़ो। ठीक है, चहुंजदाड़ो की खोज हुई है। ये कदों हुई है? पहला जिवें कि तुहानूं पता ही है, बार मैं दोबारा रिपीट कर दिना ताकि याद रहे। हड़प्पा होया पहला। ठीक है, किन्ने च होया? 1921 विच। किसने कीता सीगा खोज? दयाराम सानी जी की टीम ने। ठीक है, दूजा सीगा मोहनजोदड़ो, ये किन्हां ने खोज की सी? ये 1922 विच सी। किन्हां ने कीती सी? RD बर्मन ने ते उन्हां दी टीम ने। ठीक है, हुण आ जाओ तीजा। तीजा अपने कोल आ गया है चहुंजदाड़ो। कदों होया है? 1931 विच। तुहाडे सामने लिखिया होया है NG मजूमदार। ठीक है, इन्हां दा नाम है NG मजूमदार, जिन्हां ने इसकी खोज की सी। ठीक है, जिवें तुहानूं दस्सिया सी, इतिहासकार मनदे हैं कि जिहड़ा पहला मोहनजोदड़ो सी वो 7 बार मतलब कि उजड़ के फिर वसिया है। उस तरह चहुंजदाड़ो बारे भी ये कहा जाता है कि यह 2 बार तबाह होकर दोबारा वसिया हुआ शहर सी। ठीक है, मोहनजोदड़ो 7 बार तो चहुंजदाड़ो सी जिहड़ा है 2 बार तबाह होकर दोबारा वसिया है। अगे आ जाओ, क्वेश्चन बहुत इंपॉर्टेंट है भी। चहुंजदाड़ो किस गल लई प्रसिद्ध सी? इस विचों मणके बनाउण लई। ठीक है, उत्थों जिहड़ियां चीज़ां प्राप्त होईयां उस आधार तो इन्होंने अंदाजा लाया है भी ये मणके बनाउण लई जिहड़ा है चहुंजदाड़ो जिहड़ा वो प्रसिद्ध सी। ठीक है, हुण आ जाओ अगला किहड़ा चीज़ प्राप्त हुई आपां नूं? कालीबंगा। ये क्वेश्चन 2 मिनट अटके करते हैं इधरली। पहला आ देखो 30-31। ठीक है, 30 और 31 पहले 2-3 हुणे तुहानूं हुणे करा के हटिया है। उस तो बाद जिहड़ा चौथा अपने कोल स्थान है वो होया कालीबंगा।
ਠੀਕ ਹੈ। ਕਾਲੀ ਬੰਗਾ ਦੀ ਖੋਜ ਕਦੋਂ ਹੋਈ ਹੈ? 1953 ਵਿੱਚ, ਠੀਕ ਹੈ। ਭਾਰਤ ਦੇ ਆਜ਼ਾਦ ਹੋਣ ਤੋਂ ਜਸਟ ਥੋੜ੍ਹੇ ਸਾਲਾਂ ਬਾਅਦ ਹੀ 1953 ਵਿੱਚ ਇਸ ਦੀ ਖੋਜ ਕੀਤੀ ਗਈ ਹੈ। ਕਿੱਥੇ ਕੀਤੀ ਗਈ ਹੈ? ਇਹ ਲੋਥਲ ਹੈ, ਠੀਕ ਹੈ, ਗੁਜਰਾਤ ਵਿੱਚ। ਇਹ ਅਗਲਾ ਜਿਹੜਾ ਸਥਾਨ ਹੈ ਲੋਥਲ ਹੈ, ਇਹ ਗੁਜਰਾਤ ਵਿੱਚ ਹੈ, ਠੀਕ ਹੈ। ਇਹ ਆਪਣਾ ਮਤਲਬ ਕਿ ਇਹ ਵੀ ਕੁਐਸਚਨ ਕਿੱਥੇ ਆ ਜਾਂਦਾ ਹੈ, ਲੋਥਲ ਕਿੱਥੇ ਹੈ? ਲੋਥਲ ਸਿੱਧਾ ਤੁਸੀਂ ਆਨਸਰ ਇਸ ਦਾ ਦੱਸ ਸਕਦੇ ਹੋ ਕਿ ਇਹ ਗੁਜਰਾਤ ਵਿੱਚ ਹੈ। ਹੁਣ ਆ ਜਾਂਦੇ ਪਹਿਲੇ ਕੁਐਸਚਨ ਵਿੱਚ, ਜਿਹੜੇ ਇਸ ਦੇ ਨਾਲ ਕਾਲੀ ਬੰਗਾ ਦੇ ਆਪਣੇ ਰਹਿ ਗਏ ਸਨ, ਠੀਕ ਹੈ। ਤਾਂ ਕਾਲੀ ਬੰਗਾ ਇਹ ਸਿੱਧਾ ਕੁਐਸਚਨ ਆ ਜਾਂਦਾ ਹੈ, ਠੀਕ ਹੈ। ਕਿਹੜੇ ਜ਼ਿਲ੍ਹੇ 'ਚ ਸਥਿਤ ਹੈ ਕਾਲੀ ਬੰਗਾ? ਕਾਲੀ ਬੰਗਾ ਜਿਹੜਾ ਇਹ ਰਾਜਸਥਾਨ ਦੇ ਗੰਗਾਨਗਰ ਵਿੱਚ ਸਥਿਤ ਹੈ, ਠੀਕ ਹੈ। ਕਾਲੀ ਬੰਗਾ ਕਿੱਥੇ ਸਥਿਤ ਹੈ? ਰਾਜਸਥਾਨ ਦੇ ਗੰਗਾਨਗਰ ਵਿੱਚ। ਹੁਣ ਇੱਦਾਂ ਸਿੱਧਾ ਕੁਐਸਚਨ ਆ ਜਾਂਦਾ, ਕਾਲੀਆਂ ਚੂੜੀਆਂ ਬਣਨ ਕਰਕੇ ਕਿਹੜਾ ਮੰਨਿਆ ਜਾਂਦਾ ਹੈ, ਠੀਕ ਹੈ। ਉਹ ਹੈ ਕਾਲੀ ਬੰਗਾ। ਕਾਲੀਆਂ ਚੂੜੀਆਂ ਤੋਂ ਤੁਸੀਂ ਲਾ ਸਕਦੇ ਹੋ ਕਾਲੀ ਬੰਗਾ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾ ਐਂ ਕੁਐਸਚਨ ਬਣ ਕੇ ਆ ਜਾਂਦੇ ਆ। ਜਿਵੇਂ ਇਸ ਵਿੱਚ ਸੀਗਾ, ਮੈਂ ਤੁਹਾਨੂੰ ਦੱਸਿਆ ਸੀਗਾ, ਵਿਸ਼ਾਲ ਇਸ਼ਨਾਨ ਘਰ ਦਾ ਆ ਜਾਵੇ ਕਿੱਥੇ ਸੀ? ਮੋਹਨਜੋਦੜੋ ਵਿਖੇ, ਠੀਕ ਹੈ। ਹੜੱਪਾ ਦਾ ਕੁਐਸਚਨ ਆ ਜਾਵੇ, ਅਨਾਜ ਗੋਦਾਮ ਕਿੱਥੇ ਮਿਲੇ ਸਨ? ਹੜੱਪਾ ਵਿਖੇ। ਉਹਨੇ ਆਪਸ਼ਨ ਸਾਰੇ ਇਹੀ ਪਾਉਣੇ ਆ, ਹੜੱਪਾ, ਮੋਹਨਜੋਦੜੋ, ਚੋਹਨਜੋਦੜੋ, ਕਾਲੀ ਬੰਗਾ। ਤੁਸੀਂ ਇਹਨਾਂ 'ਚ ਉਲਝ ਜਾਣਾ, ਠੀਕ ਹੈ। ਇਸ ਕਰਕੇ ਇਕੱਲਾ ਪੁਆਇੰਟ ਨਾ ਚੰਗੀ ਤਰ੍ਹਾਂ ਰੱਟ ਲਿਓ। PDF ਤੁਹਾਨੂੰ ਮਿਲ ਜਾਵੇਗੀ ਇਸ ਦੀ। ਇਹ ਸਾਰੇ ਪੁਆਇੰਟ ਇਕੱਲੇ ਚੰਗੀ ਤਰ੍ਹਾਂ ਰੱਟ ਲੈਣੇ ਤਾਂ ਕਿ ਤੁਸੀਂ ਇਸ ਵਿੱਚ ਕੋਈ ਵੀ ਗਲਤੀ ਦੀ ਗੁੰਜਾਇਸ਼ ਹੈ ਜਿਹੜੀ ਉਹ ਨਾ ਰਹਿ ਜਾਵੇ, ਠੀਕ ਹੈ। ਅੱਗੇ ਦੇਖੋ, ਕਾਲੀ ਬੰਗਾ ਦੀ ਖੋਜ ਕਦੋਂ ਕੀਤੀ ਗਈ? ਤੁਹਾਨੂੰ ਦੱਸ ਦਿੱਤਾ, 1953 ਵਿੱਚ, ਠੀਕ ਹੈ। ਕਿੱਥੇ ਸਥਿਤ ਹੈ? ਗੁਜਰਾਤ ਵਿਖੇ, ਠੀਕ ਹੈ। ਅੱਗੇ ਆ ਜਾਓ। ਹੁਣ ਲੋਥਲ ਹੈ ਜਿਹੜਾ ਤੁਹਾਨੂੰ ਦੱਸਿਆ ਹੈ, ਲੋਥਲ ਕਿੱਥੇ ਸੀਗਾ? ਗੁਜਰਾਤ, ਠੀਕ ਹੈ। ਕਾਲੀ ਬੰਗਾ ਕਿੱਥੇ ਸੀਗਾ? ਰਾਜਸਥਾਨ। ਹੁਣ ਆਪਾਂ ਨੇ ਦੱਸਣਾ ਲੋਥਲ ਕਿਉਂ ਪ੍ਰਸਿੱਧ ਹੈ, ਠੀਕ ਹੈ। ਲੋਥਲ ਹੈ ਜਿਹੜਾ ਉਹ ਆਪਣੀ ਵੱਡੀ ਬੰਦਰਗਾਹ ਕਰਕੇ ਪ੍ਰਸਿੱਧ ਸੀ। ਇੱਦਾਂ ਕੁਐਸਚਨ ਬਣ ਕੇ ਆ ਸਕਦਾ, ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦੀ, ਕਿਸ ਸ਼ਹਿਰ ਦੀ ਜਾਂ ਕਿਸ ਸੱਭਿਅਤਾ ਵਿੱਚ ਕਿਸ ਦੀ ਸਭ ਤੋਂ ਵੱਡੀ ਬੰਦਰਗਾਹ ਸੀ, ਠੀਕ ਹੈ। ਉੱਥੇ ਸਾਰੇ ਆਪਸ਼ਨ ਹੋਣਗੇ, ਲੋਥਲ, ਕਾਲੀ ਬੰਗਾ। ਇਹ ਆਵੇਗਾ ਇਸ ਦਾ ਸਹੀ ਆਨਸਰ ਲੋਥਲ, ਠੀਕ ਹੈ। ਹੁਣ ਅੱਗੇ ਆ ਜਾਓ, ਬਹੁਤ ਇੰਪੋਰਟੈਂਟ ਇਹ ਵੀ। ਹੁਣ ਇਹ ਪੰਜਾਬ ਨਾਲ ਸੰਬੰਧਿਤ ਹੈ ਤਾਂ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੌਜੂਦਾ ਪੰਜਾਬ ਨਾਲ ਆਪਣੇ ਸੰਘੋਲ ਕਿੱਥੇ ਸਥਿਤ ਹੈ? ਬਹੁਤ ਸਾਰੇ ਜਿਹੜੇ ਨੇੜੇ ਤੇੜੇ ਰਹਿੰਦੇ ਉਹਨਾਂ ਨੂੰ ਪਤਾ ਹੀ ਹੋਵੇਗਾ। ਸੰਘੋਲ ਹੈ ਜਿਹੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪਾਇਆ ਜਾਂਦਾ ਹੈ, ਠੀਕ ਹੈ। ਇਹ ਵੀ ਇਹ ਹੜੱਪਾ ਸੱਭਿਅਤਾ, ਸਿੰਧੂ ਘਾਟੀ ਸੱਭਿਅਤਾ ਦਾ ਹੀ ਅੰਗ ਮੰਨਿਆ ਜਾਂਦਾ ਹੈ ਕਿ ਉਸ ਟਾਈਮ ਦਾ ਇਹ, ਠੀਕ ਹੈ। ਸੰਘੋਲ ਜਿੰਨੇ ਵੀ ਆਪਣੇ ਨੇੜੇ ਤੇੜੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਰਹਿੰਦੇ ਉਹਨਾਂ ਸਾਰਿਆਂ ਨੇ ਦੇਖਿਆ ਹੀ ਹੋਣਾ, ਪਤਾ ਹੀ ਹੋਣਾ ਉਹਨਾਂ ਨੂੰ, ਠੀਕ ਹੈ, ਇਸ ਬਾਰੇ। ਹੁਣ ਇਸ ਵਿੱਚ ਕੀ ਕੁਐਸਚਨ ਬਣਦੇ ਆ? ਸਿੰਧੂ ਘਾਟੀ ਦੀਆਂ ਸੜਕਾਂ ਦੀਆਂ ਚੜਾਈ ਕਿੰਨੀ ਹੁੰਦੀ ਸੀ ਇਹ ਦੱਸਣਾ ਆਪਾਂ ਨੇ। ਕੀ ਸੀ? 13 ਫੁੱਟ ਤੋਂ 34 ਫੁੱਟ ਤੱਕ ਜਿਹੜੀ ਉਹਨਾਂ ਦੀ ਚੜਾਈ ਹੁੰਦੀ ਸੀ, ਠੀਕ ਹੈ। ਜਿਵੇਂ ਆਹ ਸੜਕ ਹੈ, ਇਸ ਦੀ ਜਿਹੜੀ ਚੜਾਈ ਹੈ ਆਹ 13 ਫੁੱਟ ਤੋਂ ਲੈ ਕੇ 34 ਫੁੱਟ ਤੱਕ ਹੁੰਦੀ ਸੀ ਇਸ ਦੀ ਚੜਾਈ, ਠੀਕ ਹੈ। ਹੋਰ ਕੀ ਜ਼ਰੂਰੀ ਇਸ ਵਿੱਚ? ਸਿੰਧੂ ਘਾਟੀ ਦੇ ਲੋਕਾਂ ਦੇ ਹਥਿਆਰ ਕਿਹੜੇ ਸਨ, ਠੀਕ ਹੈ। ਇਹ ਵੀ ਇੰਪੋਰਟੈਂਟ ਹੈ। ਸਿੰਧੂ ਘਾਟੀ ਦੇ ਲੋਕਾਂ ਦੇ ਜਿਹੜੇ ਹਥਿਆਰ ਸੀ, ਮੁੱਖ ਤਲਵਾਰਾਂ ਵਰਤਦੇ ਸੀ ਉਹ, ਬਰਛੇ, ਤੀਰ, ਕੁਹਾੜੀ, ਚਾਕੂ, ਠੀਕ ਹੈ। ਇੱਦਾਂ ਦੇ ਹਥਿਆਰ ਜਿਹੜੇ ਉਹ ਵਰਤਦੇ ਸੀ, ਠੀਕ ਹੈ। ਹੁਣ ਇਹ ਇੰਪੋਰਟੈਂਟ ਹੈ ਅਗਲਾ, ਸਿੰਧੂ ਘਾਟੀ ਦਾ ਹਥਿਆਰ ਕਿਸ ਧਾਤ ਦੇ ਬਣੇ ਹੁੰਦੇ ਸਨ, ਠੀਕ ਹੈ। ਹੇਠਾਂ ਉਹਨਾਂ ਨੇ ਤੁਹਾਨੂੰ ਸਾਰਾ ਪਾ ਦੇਣਾ, ਲੋਹੇ ਦੇ, ਪਿੱਤਲ ਦੇ, ਚਾਂਦੀ ਦੇ, ਠੀਕ ਹੈ, ਤਾਂਬੇ ਜਾਂ ਕਾਂਸੇ ਦੇ, ਠੀਕ ਹੈ। ਬਹੁਤ ਇੰਪੋਰਟੈਂਟ ਹੈ। ਸਿਰਫ ਇਹੀ ਧਾਤ ਦੇ ਹਥਿਆਰ ਹੁੰਦੇ ਤੇ ਉਸ ਟਾਈਮ, ਕਿਉਂਕਿ ਜਿੰਨੀਆਂ ਵੀ ਖੋਜਾਂ ਹੋਈਆਂ ਨਾ ਉਹਨਾਂ ਨੂੰ ਇਹਨਾਂ ਧਾਤਾਂ ਤੋਂ ਇਲਾਵਾ ਹੋਰ ਧਾਤ ਉੱਥੇ ਮਿਲੀ ਹੀ ਨਹੀਂ। ਇਸ ਦਾ ਮਤਲਬ ਹੈ ਕਿ ਉਹਨਾਂ ਕੋਲ ਉਹ ਧਾਤਾਂ ਹੈ ਉਹ ਨਹੀਂ ਸੀ, ਸਿਰਫ ਇਹੀ ਦੋ ਧਾਤਾਂ ਸੀ ਜਿਨ੍ਹਾਂ ਦੇ ਉਹ ਹਥਿਆਰ ਬਣਾਉਂਦੇ ਸੀ, ਤਾਂਬਾ ਜਾਂ ਕਾਂਸਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਇਹ ਕੁਐਸਚਨ ਬਹੁਤ ਵਾਰ ਆਉਂਦੇ ਐਗਜ਼ਾਮ ਵਿੱਚ, ਤੁਹਾਨੂੰ ਸਿੱਧਾ ਉਹਨਾਂ ਨਾਲ ਲਿਜਾ ਦੇਣਾ, ਆਪਾਂ ਲੋਹਾ ਲਿਖ ਦਿੰਦੇ ਹੇਠਾਂ, ਕੁਛ ਹੋਰ ਲਿਖ ਦਿੰਦੇ ਆ, ਉਹ ਬੰਦਾ ਉਸ ਵਿੱਚ ਉਲਝ ਜਾਂਦਾ ਕਿ ਕਿਹੜੇ ਕੁਐਸਚਨ ਇਸ ਦਾ ਆਨਸਰ ਸਹੀ ਕੀ ਹੋਵੇਗਾ, ਠੀਕ ਹੈ। ਅਗਲਾ ਕੁਐਸਚਨ ਆਪਣੇ ਇਸ ਵਿੱਚ ਬਣਦਾ ਹੈ ਕਿ ਸਿੰਧੂ ਘਾਟੀ ਦਾ ਸਮਾਜ ਕਿਸ ਪ੍ਰਕਾਰ ਦਾ ਸਮਾਜ ਸੀ, ਠੀਕ ਹੈ। ਉਹ ਸੀਗਾ ਮਾਤਾ ਪ੍ਰਧਾਨ ਸਮਾਜ ਸੀਗਾ, ਠੀਕ ਹੈ। ਹਾਂ, ਇਹ ਇੰਪੋਰਟੈਂਟ ਅਗਲਾ ਕਿ ਲੋਕਾਂ ਦਾ ਜਿਹੜਾ ਮੁੱਖ ਧੰਦਾ ਕੀ ਸੀ ਉੱਥੋਂ ਦੇ ਲੋਕਾਂ ਦਾ? ਖੇਤੀਬਾੜੀ ਕਰਦੇ ਸਨ ਸਾਰੇ ਲੋਕ ਜ਼ਿਆਦਾਤਰ, ਜੋ ਚੀਜ਼ਾਂ ਇਹਨਾਂ ਨੂੰ ਮਿਲੀਆਂ ਉਸ ਅਨੁਸਾਰ ਖੇਤੀਬਾੜੀ ਜਿਹੜੇ ਜ਼ਿਆਦਾਤਰ ਕਰਦੇ ਸਨ। ਖੇਤੀਬਾੜੀ ਜਿਹੜੇ ਸੰਦ ਤੇ ਉਹ ਕਿਸ ਦੇ ਬਣਦੇ ਸਨ? ਇਹਨਾਂ ਦੇ ਲੱਕੜੀ ਦੇ ਸੰਦ ਵਰਤਦੇ ਸਨ, ਠੀਕ ਹੈ। ਫਸਲਾਂ, ਇਹ ਇੰਪੋਰਟੈਂਟ ਕੁਐਸਚਨ ਹੈ, ਪੁੱਛ ਲਿਆ ਜਾਂਦਾ ਕਿ ਸਿੰਧੂ ਘਾਟੀ ਦੇ ਲੋਕਾਂ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ? ਕਣਕ ਜਾਂ ਜੌਂ, ਇਹ ਜ਼ਿਆਦਾਤਰ ਜਿਹੜੀਆਂ ਉਹ ਫਸਲਾਂ ਉਗਾਉਂਦੇ ਸਨ। ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਫਸਲਾਂ ਉਗਾਈਆਂ ਜਾਂਦੀਆਂ ਸਨ, ਚੌਲ, ਨਾਰੀਅਲ, ਖਜੂਰ, ਸਬਜ਼ੀਆਂ ਆਦਿ, ਪਰੰਤੂ ਜਿਹੜੀਆਂ ਮੇਨ ਫਸਲਾਂ ਉਹ ਆ ਜਾਵੇ ਤਾਂ ਕਣਕ ਅਤੇ ਜੌਂ ਸੀ, ਠੀਕ ਹੈ। ਅੱਗੇ ਦੇਖੋ, ਇੱਕ ਇਹਨਾਂ 'ਚੋਂ ਕਿਹੜੀ ਫਸਲ ਹੈ ਜਿਹੜੀ ਜਿਸ ਕਰਕੇ ਸਾਰੇ ਸੰਸਾਰ ਵਿੱਚ ਸਿੰਧੂ ਘਾਟੀ ਜਿਹੜੇ ਪ੍ਰਸਿੱਧ ਸੀ ਉਹ ਸੀ ਕਪਾਹ ਦੀ ਉਪਜ ਕਰਕੇ। ਕਪਾਹ ਬਹੁਤ ਜ਼ਿਆਦਾ ਉਗਾਇਆ ਜਾਂਦਾ ਸੀ, ਇਸ ਕਰਕੇ ਇਹ ਸਿੰਧੂ ਘਾਟੀ ਦੇ ਲੋਕ ਸਭ ਤੋਂ ਜ਼ਿਆਦਾ ਮਤਲਬ ਕਿ ਪੂਰੇ ਸੰਸਾਰ ਵਿੱਚ ਇਹ ਪ੍ਰਸਿੱਧ ਸੀ ਉਹਨਾਂ ਦਾ, ਠੀਕ ਹੈ। ਹੋਰ ਕਿਹੜਾ ਮਤਲਬ ਕਿ ਕਿਹੜੇ ਕਿਹੜੇ ਪਸ਼ੂ ਪਾਲਦੇ ਸਨ?
ਖੇਤੀਬਾੜੀ ਕਰਦੇ ਸਨ। ਉਸ ਤੋਂ ਇਲਾਵਾ ਇਹ ਪਸ਼ੂ ਪਾਲਦੇ ਸਨ। ਪਸ਼ੂਆਂ ਵਿੱਚ ਕੀ ਸੀ ਇਹਨਾਂ ਕੋਲ? ਹਾਥੀ, ਊਠ, ਸੂਰ, ਭੇਡ, ਬੱਕਰੀ, ਕੁੱਤੇ ਆਦਿ। ਠੀਕ ਹੈ, ਇਹ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਇਹ ਪਾਲਦੇ ਸਨ। ਠੀਕ ਹੈ, ਸਿੰਧੂ ਘਾਟੀ ਦੇ ਲੋਕਾਂ ਦਾ ਵਪਾਰ, ਜਿਹੜੇ ਸਿੰਧੂ ਘਾਟੀ ਦੇ ਲੋਕ ਜਿਹੜੇ ਸੀਗੇ ਉਹਨਾਂ ਦਾ ਵਪਾਰ ਸੀਗਾ ਮਿਸਰ ਨਾਲ ਸੀਗਾ, ਸੁਮੇਰ ਨਾਲ ਸੀਗਾ, ਮੈਸੋਪੋਟਾਮੀਆ, ਇਹ ਹੋਰ ਦੇਸ਼ਾਂ ਦੀਆਂ ਸੱਭਿਅਤਾਵਾਂ ਨੇ। ਠੀਕ ਹੈ, ਉਹਨਾਂ ਨਾਲ ਜਿਹੜਾ ਇਹਨਾਂ ਦਾ ਵਪਾਰ ਸੀਗਾ। ਠੀਕ ਹੈ, ਵਿਦੇਸ਼ੀ ਵਪਾਰ ਕਿਹੜੇ ਮਾਰਗ ਰਾਹੀਂ ਹੁੰਦਾ ਸੀਗਾ? ਮਤਲਬ ਜਿਹੜਾ ਇਹ ਵਪਾਰ ਕਰਦੇ ਸੀ ਵਿਦੇਸ਼ਾਂ ਨਾਲ, ਇਹ ਜਲ ਅਤੇ ਥਲ ਦੋਹੇ ਤਰ੍ਹਾਂ ਦੇ ਮਾਰਗਾਂ ਰਾਹੀਂ ਜਿਹੜਾ ਵਪਾਰ ਕਰਦੇ ਸੀ। ਠੀਕ ਹੈ, ਸਿੰਧੂ ਘਾਟੀ ਦੇ ਲੋਕ ਸਭ ਤੋਂ ਵੱਧ ਕਿਸ ਦੀ ਪੂਜਾ ਕਰਦੇ ਸਨ? ਹਾਂ, ਇਹ ਇੰਪੋਰਟੈਂਟ ਹੈ। ਸਭ ਤੋਂ ਵੱਧ ਜਿਹੜੀ ਉਹ ਮਾਂ ਦੇਵੀ ਦੀ ਪੂਜਾ ਕਰਦੇ ਸਨ। ਇੱਕ ਦੇਵੀ ਦੀ ਮੂਰਤੀ ਮਿਲੀ ਹੈ। ਠੀਕ ਹੈ, ਜਿਸ ਤੋਂ ਅੰਦਾਜ਼ਾ ਲਾਇਆ ਕਿ ਇਹਨਾਂ ਨੇ ਉਹ ਮਾਂ ਦੇਵੀ ਦੀ ਜਿਹੜੀ ਪੂਜਾ ਕਰਦੇ ਸਨ ਅਤੇ ਉਸ ਮਾਂ ਦੇਵੀ ਨੂੰ ਸ਼ਕਤੀ ਦਾ ਪ੍ਰਤੀਕ ਜਿਹੜਾ ਉਹ ਮੰਨਦੇ ਸਨ। ਠੀਕ ਹੈ, ਇਸ ਤੋਂ ਇਲਾਵਾ ਜੋ ਕਿ ਤੇ ਹੋਰ ਕਿਸ ਦੀ ਜਿਹੜੀ ਪੂਜਾ ਉਹ ਕਰਦੇ ਸਨ? ਸ਼ਿਵ ਪਸ਼ੂਪਤੀ ਦੀ ਜਿਹੜੀ ਪੂਜਾ ਉਹ ਕਰਦੇ ਸਨ। ਠੀਕ ਹੈ, ਪਸ਼ੂਆਂ ਦੀ ਕਿਹੜਿਆਂ ਦੀ ਪੂਜਾ ਕਰਦੇ ਸਨ? ਇਹ ਵੀ ਬਹੁਤ ਇੰਪੋਰਟੈਂਟ ਹੈ। ਇੱਥੇ ਪਾ ਲਿਆ ਜਾਂਦਾ, ਉਹਨਾਂ ਨੇ ਵਿੱਚ ਪਾ ਦੇਣਾ ਗਊ ਮਾਤਾ। ਉਹ ਇੱਥੇ ਗਊ ਨਹੀਂ ਹੈ ਸਿਰਫ ਕੋਈ ਵੀ। ਠੀਕ ਹੈ, ਪਸ਼ੂ ਉਹ ਇਹ ਸਨ ਹਾਥੀ, ਗੈਂਡਾ, ਝੋਟਾ, ਚੀਤਾ ਤੇ ਸਾਨ। ਠੀਕ ਹੈ, ਆਪਸ਼ਨ ਪਾ ਦਿੰਦੇ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਪਸ਼ੂ ਦੀ ਪੂਜਾ ਨਹੀਂ ਕਰਦੇ ਸਨ। ਉੱਥੇ ਇੱਕ ਵਿੱਚ ਗਊ ਪਾ ਦਿੰਦੇ ਆ। ਠੀਕ ਹੈ, ਗਊ ਜਦ ਕਿ ਉਸ ਟਾਈਮ ਨਹੀਂ ਸੀ ਉਹਨਾਂ ਨੂੰ ਪਤਾ, ਉਹ ਆਨਸਰ ਜਿਹੜਾ ਹੁੰਦਾ ਸਹੀ ਆਪਾਂ ਸੋਚਦੇ ਹਾਂ ਵੀ ਗਊ ਤਾਂ ਹੋਵੇਗਾ ਹੀ, ਆਪਾਂ ਕਿਸੇ ਹੋਰ ਦਾ ਆਪਸ਼ਨ ਸਹੀ ਕਰ ਦਿੰਦੇ ਹਾਂ। ਠੀਕ ਹੈ, ਇਹ ਚੀਜ਼ ਧਿਆਨ 'ਚ ਰੱਖਣੀ ਥੋੜ੍ਹੀ ਜਿਹੀ ਕਿ ਇਹ ਪਸ਼ੂ ਸੀ ਜਿਹਨਾਂ ਦੀ ਉਹ ਪੂਜਾ ਕਰਦੇ ਸਨ। ਠੀਕ ਹੈ, ਰੁੱਖ ਕਿਹੜੀ ਦੀ ਪੂਜਾ ਕਰਦੇ ਸਨ? ਇਹ ਵੀ ਆ ਜਾਂਦਾ, ਪਿੱਪਲ ਦੇ ਰੁੱਖ ਦੀ ਪੂਜਾ ਕਰਦੇ ਸਨ। ਠੀਕ ਹੈ, ਮੋਹਨਜੋਦੜੋ ਵਿਖੇ ਮਿਲੀ ਪੁਜਾਰੀ ਦੀ ਮੂਰਤੀ ਕਿਸ ਚੀਜ਼ ਦੀ ਬਣੀ ਹੋਈ ਹੈ? ਉੱਥੇ ਪੁਜਾਰੀ ਦੀ ਮੂਰਤੀ ਮਿਲੀ ਹੈ, ਉਹ ਆਪਾਂ ਦੱਸਣਾ ਕਿਸ ਚੀਜ਼ ਦੀ ਬਣੀ ਹੈ? ਸਫੈਦ ਪੱਥਰ ਦੀ ਬਣੀ ਹੋਈ ਹੈ। ਠੀਕ ਹੈ, ਪੁਜਾਰੀ ਦੀ ਮੂਰਤੀ ਜਿਹੜੀ ਮਿਲੀ ਹੈ। ਅੱਗੇ ਦੇਖੋ, ਆਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀਆਂ ਮੂਰਤੀਆਂ ਉੱਥੇ ਮਿਲੀਆਂ ਸਿੰਧੂ ਘਾਟੀ ਦੀ ਸੱਭਿਅਤਾ ਵੇਲੇ, ਉਹ ਕਿਸ ਚੀਜ਼ ਦੀਆਂ ਬਣੀਆਂ ਹੈ? ਉਹ ਟੈਰਾਕੋਟਾ ਤੋਂ ਬਣੀਆਂ ਹੋਈਆਂ। ਠੀਕ ਹੈ, ਜ਼ਿਆਦਾਤਰ ਮੂਰਤੀਆਂ ਜਿਹੜੀਆਂ ਉਹ ਟੈਰਾਕੋਟਾ ਦੀਆਂ ਬਣੀਆਂ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਜਿਹੜੀ ਹੁਣ ਜਿਵੇਂ ਸਿੰਧੂ ਘਾਟੀ ਲੋਕਾਂ ਦੀ ਲਿਪੀ ਕਿਹੋ ਜਿਹੀ ਸੀ ਉਹਨਾਂ ਦੀ? ਜਿਵੇਂ ਆਪਣੀ ਲਿਪੀ ਇਹ ਹੈ ਊੜਾ, ਆੜਾ, ਈੜੀ। ਜਿਹੜੀ ਉਹਨਾਂ ਦੀ ਲਿਪੀ ਦੀ ਨਾ ਚਿੱਤਰਮਈ। ਠੀਕ ਹੈ, ਜਿਵੇਂ ਬੰਦਾ ਦਿਖਾਉਣਾ ਹੈ ਤਾਂ ਆਏ ਬੰਦਾ ਜਿਹਾ ਬਣਾਤਾ, ਕੁਛ ਹੋਰ ਦਿਖਾਉਣਾ ਹੈ ਡੱਬਾ ਹੈ, ਮਤਲਬ ਇੱਦਾਂ ਦੇ ਫੋਟੋ ਟਾਈਪ 'ਤੇ ਜਿਵੇਂ ਆਪਣੇ ਡੈਸਕਟਾਪ 'ਤੇ ਆਈਕਨ ਨਹੀਂ ਬਣੇ ਹੁੰਦੇ ਆ, ਮਤਲਬ ਉਸ ਤਰ੍ਹਾਂ ਦੀ ਚਿੱਤਰਮਈ ਜਿਹੜੀ ਉਹਨਾਂ ਦੀ ਲਿਪੀ ਸੀ। ਠੀਕ ਹੈ, ਸਿੰਧੂ ਘਾਟੀ ਦੀ ਲਿਪੀ ਦੇ ਕਿੰਨੇ ਵਰਣ ਪ੍ਰਾਪਤ ਹੋਏ ਆ ਹੁਣ ਤੱਕ? ਜਿਹੜੇ ਇਹਨਾਂ ਨੇ ਮਤਲਬ ਵੱਖ-ਵੱਖ ਚੀਜ਼ਾਂ ਦੇ ਇਹਨਾਂ ਨੂੰ ਪ੍ਰਾਪਤ ਹੋਏ, 270 ਦੇ ਲਗਭਗ ਵਰਣ ਇਹਨਾਂ ਨੂੰ ਪ੍ਰਾਪਤ ਹੋਏ ਆ ਉਸਦੇ। ਠੀਕ ਹੈ, ਇੱਕ ਹੋਰ ਇੰਪੋਰਟੈਂਟ ਬਹੁਤ ਹੈ, ਸਿੰਧੂ ਘਾਟੀ ਦੀ ਲਿਪੀ ਕਿਸ ਦਿਸ਼ਾ ਵੱਲ ਲਿਖੀ ਜਾਂਦੀ ਸੀ? ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਗਜ਼ਾਮ ਵਿੱਚ ਆਇਆ ਵਾ ਵੀ ਹੋਇਆ ਕੁਐਸਚਨ ਇਹ। ਠੀਕ ਹੈ, ਸੱਜੇ ਤੋਂ ਖੱਬੇ ਵੱਲ ਹੀ ਲਿਖੀ ਜਾਂਦੀ ਸੀ। ਠੀਕ ਹੈ, ਸਿੰਧੂ ਘਾਟੀ ਦੀ ਜਿਹੜੀ ਉਹ ਹੈ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਸੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਜਿਵੇਂ ਆਪਾਂ ਲਿਖਦੇ ਹਾਂ ਨਾ ਖੱਬੇ ਤੋਂ ਸੱਜੇ ਵੱਲ ਲਿਖਦੇ ਹਾਂ, ਪਰੰਤੂ ਇਹ ਸੀ ਉਰਦੂ ਵਾਂਗ ਸੱਜੇ ਤੋਂ ਖੱਬੇ, ਜਿਵੇਂ ਉਰਦੂ ਲਿਖ ਹੁੰਦਾ ਨਾ ਉਸ ਤਰ੍ਹਾਂ ਇਹ ਭਾਸ਼ਾ ਲਿਖੀ ਜਾਂਦੀ ਸੀ। ਠੀਕ ਹੈ, ਚਿੱਤਰਮਈ ਇਹਨਾਂ ਦੇ ਉਹ ਸੀਗੇ 270 ਦੇ ਲਗਭਗ ਇਸ ਦੇ ਜਿਹੜੇ ਵਰਡ ਮਿਲੇ ਆ। ਠੀਕ ਹੈ, ਹੁਣ ਤੱਕ ਸਿੰਧੂ ਘਾਟੀ ਦੀ ਸੱਭਿਅਤਾ ਦੇ ਕਿੰਨੇ ਖੇਤਰ ਖੋਜੇ ਜਾ ਚੁੱਕੇ ਹੈ? ਠੀਕ ਹੈ, ਹੁਣ ਤੱਕ ਕਿੰਨੇ ਏਰੀਏ ਜਿਹੜੇ ਉਹ ਲਗਭਗ ਖੋਜੇ ਜਾ ਚੁੱਕੇ ਹੈ? ਉਹ 300 ਤੇ ਵੱਧ। ਠੀਕ ਹੈ, 300 ਤੇ ਵੱਧ। ਇਹ ਹੋ ਗਿਆ ਆਪਣਾ ਹਿਸਟਰੀ ਦਾ ਪਹਿਲਾ ਪਾਰਟ ਆਪਾਂ ਨੇ ਕਰਿਆ ਅੱਜ। ਠੀਕ ਹੈ, ਅੱਗੇ ਇਸ ਨੂੰ ਫਿਰ ਹੋਰ ਅਗਲੀ ਵੀਡੀਓ ਰਾਹੀਂ ਕੰਟੀਨਿਊ ਕਰਾਂਗੇ। ਤਕਰੀਬਨ ਵੀਕ ਦੇ ਤਕਰੀਬਨ ਵੀਡੀਓ ਬਣਨਗੀਆਂ ਇਹ। ਠੀਕ ਹੈ, ਫਿਰ ਆਪਾਂ ਇਹ ਸਾਰਾ ਜਿਹੜਾ ਤੁਹਾਡਾ